हाँ जी प्यारे बच्चों की हाल है। तो अज आप अपना शुरू करन जा रहे हैं इनवायरमेंट का टॉपिक। ਉਹਦੇ ਵਿੱਚ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਟੌਪਿਕ ਮੈਂ ਪਿਕ ਕਰਾਂਗਾ दैट इज़ ਤੁਹਾਡਾ ਹਾਰਟ ਜਾਂ ਸਰਕੂਲੇਟਰੀ ਸਿਸਟਮ, ਜਿਹਨੂੰ ਆਪਾਂ ਕਹਿੰਦੇ ਹਾਂ ਦਿਲ ਦੀਆਂ ਗੱਲਾਂ ਵੀ ਕਹਿ ਲਓ, ਚਾਹੇ ਦਿਲ ਦੀਆਂ ਗੱਲਾਂ ਜਾਂ ਤੁਹਾਡਾ ਸਰਕੂਲੇਟਰੀ ਸਿਸਟਮ। बड़े ध्यान ਨਾਲ समझते जाना, सौखा कंसैप्ट है, थोड़ा जिहा फोकस देना है, पेपर आराम नाल क्लीयर होएगा। देखो ईडी पेपर सिलेबस कुछ भी नहीं है, सौखा सिलेबस है, आराम नाल पेपर क्लीयर होंदा है। जिन्ना मैं करवाऊँगा उन्होंने बड़े ध्यान नाल समझते जाना, ठीक है जी। स्टार्ट करन जा रहे हैं। थोड़ा सब तो पहले टॉपिक दे नाल मैं जिहड़ा तुहाडा हैगा वै सर्कुलेटरी सिस्टम या तुहाडी दिल दीयां गल्लां डायग्राम बनाउण लग्गिआ। मैं डायग्राम नाल दी नाल ड्रॉ करते जाना, तुहाडे लई भी ईजी होएगा फिर समझना उस चीज़ नूं। तुहानूं सारिਆਂ ਨੂੰ बेसिक्स ਤਾਂ पता होणगे हार्ट दे, ठीक है। कुछ गल्लां तुहानूं मैं नवीआं दस्सूंगा, कुछ तुहानूं पता भी होणगीਆਂ ते कुछ तुहानूं सिੱਖਣ ਦੇ ਵਿੱਚ मज़ा भी आऊगा। ये हार्ट दी बड़ी बेसिक जी डायग्राम है जिहड़ी हर किसी बच्चे नूं समझ आ जाएगी। एक बार बस डायग्राम बना लो, फिर नज़ारे ही है ये। चलो जी, तुहाडे सामने हार्ट दी डायग्राम है। चलो जी समझिए। देखो सब तो पहला तो अपनी तुहानूं पता बॉडी च बहुत तरह की नर्वस होंदियां, उसदे विच्चों जिहड़ी आपां दो मेन टाइप्स की पढ़ांगे, दैट आर कॉल्ड आर्टरीज एंड वेन्स। जिन्हों आपां की कहने आ आर्टरीज ते वेन्स कहने आ। सुनो बड़े ध्यान नाल। आर्टरीज दा काम की है, अपने दिल तो पूरे शरीर दे विच साफ खून लैके जाना। ਤੁਹਾਡੀ ਭਾਸ਼ਾ ਦੇ ਵਿੱਚ ਸਾਫ਼ ਖੂਨ ਦਾ ਮਤਲਬ ਹੁੰਦਾ ਹੈ ਜਿਹਦੇ ਬਲੱਡ ਵਿੱਚ ਕੀ ਜ਼ਿਆਦਾ ਹੋਵੇ, ਆਕਸੀਜਨ ਜ਼ਿਆਦਾ ਹੋਵੇ। ਜਿਹੜੇ ਬਲੱਡ ਦੇ ਵਿੱਚ ਆਕਸੀਜਨ ਜ਼ਿਆਦਾ ਉਹਨੂੰ ਕੀ ਕਹਾਂਗੇ ਆਪਾਂ, ਆਕਸੀਜਨੇਟਡ ਬਲੱਡ ਜਾਂ ਸਾਫ਼ ਖੂਨ, ਠੀਕ ਹੈ। ਤੇ ਵੇਨਸ ਦਾ ਕੰਮ ਕੀ ਹੁੰਦਾ ਵਾ, ਪੂਰੇ ਸਰੀਰ ਤੋਂ ਗੰਦਾ ਖੂਨ ਕਿਹਦੇ ਵੱਲ ਲੈ ਕੇ ਆਣਾ, ਸਰੀਰ ਆਪਣੇ ਦਿਲ ਵੱਲ ਲੈ ਕੇ ਆਣਾ। ਤੇ ਗੰਦੇ ਖੂਨ ਦੀ ਇੰਗਲਿਸ਼ ਕੀ ਹੋਗੀ ਤੁਹਾਡੀ ਇੱਥੇ, ਡੀਆਕਸੀਜਨੇਟਡ ਬਲੱਡ। आई होप द पॉइंट इज़ क्लीयर। ऑक्सीजनेटेड ब्लड माने तो साफ खून, डीऑक्सीनेटेड माने तो गंदा खून। गंदा खून इन द सेंस ਉਹਦੇ ਚ ਕਿਹੜੀ ਗੈਸ ਜ਼ਿਆਦਾ ਹੋਏਗੀ ਤੁਹਾਡੀ, ਕਾਰਬਨ ਡਾਈਆਕਸਾਈਡ ਜ਼ਿਆਦਾ ਹੋਏਗੀ तो ਆਕਸੀਜਨ ਘੱਟ ਹੋਏਗੀ। ਹੁਣ ਹੁੰਦਾ ਕੀ ਹੈ, ਤੁਹਾਡਾ ਸਾਰਿਆਂ ਦਾ ਹਾਰਟ ਇੱਥੇ ਹੈ, ਕਿਸੇ ਦਾ ਇੱਥੇ ਹੋਏਗਾ, ਕਿਸੇ ਦਾ ਹਾਰਟ ਚੋਰੀ ਹੋ ਚੁੱਕਿਆ ਹੋਏਗਾ। ਜਿਨ੍ਹਾਂ ਦਾ ਹੈਗਾ ਉਹਨਾਂ ਦਾ ਸਮਝੋ ਬੜੇ ਧਿਆਨ ਨਾਲ। ਆਹ ਤੁਹਾਡਾ ਹਾਰਟ ਇੱਥੇ ਬਣਿਆ ਹੋਇਆ ਵੈ, ਨੀਚੋਂ ਵੀ ਗੰਦਾ ਖੂਨ ਆ ਰਿਹਾ, ਉੱਪਰੋਂ ਵੀ ਗੰਦਾ ਖੂਨ ਆ ਰਿਹਾ ਵੈ। ਉਹਨਾਂ ਨੂੰ ਲੈ ਕੇ ਓਬਵੀਅਸਲੀ ਕੌਣ ਆਉਣਗੀਆਂ, ਨਾੜੀਆਂ ਦਾ ਨਾਮ ਕੀ ਹੈ, ਵੇਨਸ। ਤੇ ਆਹ ਤੁਹਾਡੇ ਦੋ ਵੇਨਸ ਆ ਰਹੀਆਂ,
ਇੱਕ ਦਾ ਨਾਮ ਹੈਗਾ ਸੁਪੀਰੀਅਰ ਵੈਨਾ ਕੈਵਾ, ਇੱਕ ਦਾ ਨਾਮ ਹੈ ਇਨਫੀਰੀਅਰ ਵੈਨਾ ਕੈਵਾ। ਸੁਪੀਰੀਅਰ ਵੈਨਾ ਕੈਵਾ ਗੰਦਾ ਖੂਨ ਲੈ ਕੇ ਆਈ ਉੱਪਰੋਂ, ਇਨਫੀਰੀਅਰ ਵੈਨਾ ਕੈਵਾ ਗੰਦਾ ਖੂਨ ਲੈ ਕੇ ਆਈ ਨੀਚੋਂ। ਇਹਨਾਂ ਦੋਨਾਂ ਨੇ ਗੰਦਾ ਖੂਨ ਲਿਆ ਕੇ ਸਿੱਧਾ ਕਿਹਦੇ ਸੁੱਟਤਾ, ਤੁਹਾਡੇ ਰਾਈਟ ਔਰੀਕਲ ਜਾਂ ਐਟਰੀਅਮ। ਹਾਏ ਆਹ ਕੀ ਚੀਜ਼ ਹੈ, ਸੁਣੋ ਬਈ ਬੜੇ ਧਿਆਨ ਨਾਲ। ਤੁਹਾਡੇ ਹਾਰਟ ਦੇ ਆਪਾਂ ਕਹਿੰਦੇ ਹਾਏ ਮੇਰੇ ਦਿਲ ਟੋਟੇ ਟੋਟੇ ਹੋ ਗਿਆ, ਬੇਟੇ ਕੁਛ ਨਹੀਂ ਹੁੰਦਾ ਟੋਟੇ ਟੂਟੇ, ਦਿਮਾਗ ਜਿਵੇਂ ਬਸ ਵਹਿਮ ਜਿਹੇ ਬਣਾਏ ਹੋਏ ਆ। ਤੁਹਾਡੇ ਦਿਲ ਦੇ ਪਹਿਲੀ ਗੱਲ 4 ਚੈਂਬਰ ਹੁੰਦੇ ਆ। ਕਿੰਨੇ ਚੈਂਬਰ ਹੁੰਦੇ ਆ? 4 ਚੈਂਬਰ ਹੁੰਦੇ ਨੇ। ਰਾਈਟ ਔਰੀਕਲ, ਰਾਈਟ ਵੈਂਟਰੀਕਲ, ਲੈਫਟ ਔਰੀਕਲ, ਲੈਫਟ ਵੈਂਟਰੀਕਲ। ਇਹਨਾਂ ਚਾਰਾਂ ਚੈਂਬਰਸ ਕਿਹਦੇ ਹੁੰਦੇ? ਤੁਹਾਡੇ ਹਾਰਟ ਦੇ ਹੁੰਦੇ ਆ। ਹੁਣ ਸੁਣਨਾ, ਜਦੋਂ ਸੁਪੀਰੀਅਰ ਵੈਨਾ ਕੈਵਾ ਉੱਪਰੋਂ ਗੰਦਾ ਖੂਨ ਲੈ ਕੇ ਆਈ, ਉਹਨੇ ਲਿਆ ਕੇ ਕਿੱਥੇ ਸੁੱਟਤਾ? ਤੁਹਾਡੇ ਰਾਈਟ ਔਰੀਕਲ ਸੁੱਟਤਾ। ਇਸੀ ਤਰ੍ਹਾਂ ਇਨਫੀਰੀਅਰ ਵੈਨਾ ਕੈਵਾ ਗੰਦਾ ਖੂਨ ਲੈ ਕੇ ਆਈ, ਉਹਨੇ ਤੁਹਾਡਾ ਖੂਨ ਕਿੱਥੇ ਸੁੱਟਤਾ? ਰਾਈਟ ਔਰੀਕਲ 'ਚ। ਲਓ ਬਈ ਤੁਹਾਨੂੰ ਪੇਪਰ ਦਾ ਕੁਐਸਚਨ ਆ ਪੁੱਛਿਆ ਜਾਂਦਾ ਵੈ, ਸਭ ਤੋਂ ਪਹਿਲਾਂ ਕਿਹੜਾ ਹਾਰਟ ਦਾ ਚੈਂਬਰ ਗੰਦਾ ਖੂਨ ਰਿਸੀਵ ਕਰਦਾ ਜਾਂ ਡੀਆਕਸੀਜਨੇਟਡ ਬਲੱਡ ਰਿਸੀਵ ਕਰਦਾ? ਕੀ ਨਾਮ ਹੈ ਭਾਈ ਸਾਹਿਬ ਹੋਰਾਂ ਦਾ? ਰਾਈਟ ਔਰੀਕਲ। ਉਸ ਤੋਂ ਬਾਅਦ ਤੁਸੀਂ ਵੇਖ ਰਹੇ ਦਰਵਾਜ਼ੇ ਲੱਗੇ ਹੋਏ ਹੈ। ਦੇਖੋ ਜਿਹੜਾ ਤੁਹਾਡਾ ਰਾਈਟ ਵਾਲਾ ਪਾਸਾ ਹੈ ਨਾ, ਰਾਈਟ ਵਾਲੇ ਪਾਸੇ ਜਿਹੜੇ ਦਰਵਾਜ਼ੇ ਲੱਗੇ ਹੋਏ ਆ ਉਹਨਾਂ ਦਾ ਨਾਮ ਹੁੰਦਾ ਟ੍ਰਾਈਕਸਪਿਡ ਵਾਲਵ। ਟ੍ਰਾਈਕਸਪਿਡ ਵਾਲਵ। ਕਸਪ ਕੀ ਹੁੰਦਾ ਵਾ? ਇੱਦਾਂ ਇੱਦਾਂ ਦੇ ਦਰਵਾਜ਼ੇ ਨਾ, ਇਹ ਜਦੋਂ ਖੂਨ ਆਏਗਾ ਦਰਵਾਜ਼ੇ ਖੁੱਲ ਜਾਣਗੇ ਇੱਦਾਂ। ਤੇ ਖੁੱਲਦੇ ਕਿਵੇਂ ਪਤਾ? ਇਹ ਸੁਣੋ ਬੱਚੋ ਬੜੇ ਧਿਆਨ ਨਾਲ। ਤੁਹਾਡਾ ਦਿਲ ਨਾ ਧਕ 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 ਕਰਦਾ ਹੈ, ਉਹ ਧਕ ਧਕ ਨਹੀਂ ਹੈ, ਉਹਦਾ ਮਤਲਬ ਹੁੰਦਾ ਲਬਦਬ ਲਬਦਬ ਲਬਦਬ। ਲਬਦਬ ਦਾ ਮਤਲਬ ਕੀ ਹੈ? ਕੰਟਰੈਕਟ ਰਿਲੈਕਸ, ਕੰਟਰੈਕਟ ਰਿਲੈਕਸ। ਜਦੋਂ ਕਰੇਗਾ ਕੰਟਰੈਕਟ, ਇਹ ਦਰਵਾਜ਼ੇ ਖੁੱਲ ਜਾਣੇ ਆ। ਦਰਵਾਜ਼ੇ ਖੁੱਲਣ ਤੇ ਖੂਨ ਨੀਚੇ, ਰਿਲੈਕਸ ਤੇ ਦਰਵਾਜ਼ੇ ਬੰਦ। ਹੁਣ ਦੇਖੋ ਗੰਦਾ ਖੂਨ, ਦੇਖੋ ਮੈਂ ਗੰਦਾ ਖੂਨ ਤੁਹਾਡੇ ਕਿਹੜੇ ਐਰੋ ਨਾਲ ਬਣਾਇਆ? ਬਲੂ ਨਾਲ। ਹੁਣ ਗੰਦਾ ਖੂਨ ਆਇਆ, ਦਰਵਾਜ਼ੇ ਖੁੱਲੇ, ਕਿੱਥੇ ਗਿਰ ਗਿਆ ਗੰਦਾ ਖੂਨ? ਤੁਹਾਡਾ ਰਾਈਟ ਵੈਂਟਰੀਕਲ 'ਚ। ਹੁਣ ਇਹ ਕੰਟਰੈਕਟ ਹੋਏਗਾ, ਜਦੋਂ ਇਹ ਕੰਟਰੈਕਟ ਹੋਇਆ ਰਾਈਟ ਵੈਂਟਰੀਕਲ, ਗੰਦਾ ਖੂਨ ਚੜ ਗਿਆ ਉੱਪਰ। ਹੁਣ ਦੇਖੋ ਜਿਹੜੀ ਨਾੜੀਆਂ 'ਚ ਮੈਂ ਤੁਹਾਨੂੰ ਦੱਸਿਆ ਵਾ ਗੰਦਾ ਖੂਨ ਹੁੰਦਾ, ਉਹਨੂੰ ਕੀ ਕਹਿੰਦੇ ਆਪਾਂ? ਵੇਨਸ। ਬਟ ਇੱਕ ਐਕਸੈਪਸ਼ਨ ਹੈ, ਪੇਪਰ 'ਚ ਆ ਪੁੱਛੇਗਾ ਇਹ ਜੀ ਕਿਹੜੀ ਨਾੜੀ ਹੈ ਜਿਹਦੇ ਵਿੱਚ, ਕਿਹੜੀ ਆਰਟਰੀ ਹੈ ਜਿਹਦੇ ਵਿੱਚ ਗੰਦਾ ਖੂਨ ਹੁੰਦਾ? ਵੈਸੇ ਗੰਦਾ ਖੂਨ ਕਿਸ 'ਚ ਹੋਏਗਾ? ਵੇਨਸ। ਪਰ ਕਿਹੜੀ ਇਹ ਜੀ ਆਰਟਰੀ ਜਿਹਦੇ 'ਚ ਗੰਦਾ ਖੂਨ ਹੈ? ਤੁਹਾਡੀ ਪਲਮਨਰੀ ਆਰਟਰੀ। and this is your pulmonary artery. It carries deoxygenated blood. I hope the point is clear. After that ਇਸ ਤੋਂ ਬਾਅਦ ਤੁਹਾਡਾ ਜਿਹੜਾ ਗੰਦਾ ਖੂਨ ਹੈ ਕਿੱਥੇ ਜਾਏਗਾ? 2 ਰਸਤੇ ਬਣ ਗਏ ਹੈ। ਆ 2 ਰਸਤੇ ਤੁਹਾਡੇ ਕਿਹੜੇ? ਤੁਹਾਡੇ ਫੇਫੜੇ, ਦੋਨੋਂ ਫੇਫੜਿਆਂ 'ਚ ਗਿਆ। ਹੁਣ ਦੇਖੋ ਗਹਿਰਾ ਲੰਬਾ ਸਾਂਸ ਲਿਆ ਮੈਂ, ਕਿਹੜੀ ਗੈਸ ਅੰਦਰ ਗਈ ਜ਼ਿਆਦਾ? ਆਕਸੀਜਨ। ਮੇਰੇ ਫੇਫੜਿਆਂ 'ਚ ਕਿਹੜਾ ਖੂਨ ਆਇਆ ਹੋਇਆ ਵੈ? ਗੰਦਾ ਖੂਨ ਆਇਆ ਹੋਇਆ। ਗੰਦਾ ਖੂਨ ਦਾ ਮਤਲਬ ਕੀ ਹੈ? ਉਹਦੇ 'ਚ ਕਿਹੜੀ ਗੈਸ ਜ਼ਿਆਦਾ ਵੈ? ਕਾਰਬਨ ਡਾਈਆਕਸਾਈਡ। ਆਕਸੀਜਨ ਅੰਦਰ ਜਾ ਰਹੀ ਹੈ, ਬਾਹਰ ਕੀ ਆ ਰਹੀ? ਤੁਹਾਡੀ ਕਾਰਬਨ ਡਾਈਆਕਸਾਈਡ। ਕਹਿਣ ਦਾ ਮਤਲਬ ਕੀ ਹੈ? ਤੁਹਾਡੇ ਉੱਥੋਂ ਦੀ ਦਿਲ ਦੇ ਵਿੱਚ, ਜਿਹੜਾ ਦਿਲ ਨੇ ਗੰਦਾ ਖੂਨ ਭੇਜਿਆ ਫੇਫੜਿਆਂ ਕੋਲ, ਉਹਦੇ 'ਚੋਂ ਕਾਰਬਨ ਡਾਈਆਕਸਾਈਡ ਬਾਹਰ, ਆਕਸੀਜਨ ਅੰਦਰ। ਤੁਹਾਡਾ ਖੂਨ ਕੀ ਹੋ ਗਿਆ? ਸਾਫ਼। ਕਿਹਨੇ ਕੀਤਾ? ਫੇਫੜਿਆਂ ਨੇ। ਉਸ ਤੋਂ ਬਾਅਦ ਖੂਨ ਸਾਫ਼ ਹੋ ਗਿਆ, ਖੂਨ ਨੂੰ ਵਾਪਸ ਵੀ ਲੈ ਕੇ ਆਉਣਾ ਆਪਾਂ ਆਪਣੇ ਹਾਰਟ ਤੱਕ, ਤਾਂ ਕਿ ਹਾਰਟ ਪੂਰੀ ਬੋਡੀ 'ਚ ਪੰਪ ਕਰਦੇ ਉਸ ਨੂੰ। ਦੇਖੋ ਫਿਰ ਤੁਹਾਡੇ ਸਾਫ਼ ਖੂਨ ਨੂੰ ਲੈ ਕੇ ਆਉਣ ਦਾ ਕੰਮ ਕਿਹਦਾ? ਦੇਖੋ ਉਲਟਾ ਨਾਮ ਹੈ ਇੱਥੇ ਪਲਮਨਰੀ ਵੇਨ। ਕੀ ਨਾਮ ਹੈ? ਪਲਮਨਰੀ ਵੇਨ। ਵੈਸੇ ਬੱਚਿਓ ਤੁਹਾਨੂੰ ਮੈਂ ਦੱਸਿਆ ਵੈ ਵੇਨ ਦੇ ਵਿੱਚ ਕਿਹੜਾ ਖੂਨ ਹੁੰਦਾ ਵੈ? ਡੀਆਕਸੀਜਨੇਟਡ ਬਲੱਡ। ਪਰ ਕਿਹੜੀ ਇਕਲੌਤੀ ਵੇਨ ਹੈ ਜਿਹਦੇ ਵਿੱਚ ਕਿਹੜਾ ਬਲੱਡ ਹੋਏਗਾ? ਆਕਸੀਜਨੇਟਡ। ਉਹਦਾ ਨਾਮ ਹੈ ਪਲਮਨਰੀ ਵੇਨ। ਹੁਣ ਪਲਮਨਰੀ ਵੇਨ ਨੇ ਕੀ ਕਰਨਾ ਹੈ? ਆਹ ਦੇਖੋ 2 ਰਸਤੇ ਬਣੇ ਹੁੰਦੇ ਆ, ਇੱਕ ਕਿੱਥੋਂ ਦੀ ਜਾ ਰਹੀ ਹੁੰਦੀ, ਇੱਕ ਕਿੱਥੋਂ ਜਾ ਰਹੀ ਹੁੰਦੀ ਹੈ। ਪਲਮਨਰੀ ਵੇਨ ਨੇ ਲੈ ਕੇ ਖੂਨ ਕਿੱਥੇ ਸੁੱਟ ਦੇਣਾ ਵੈ? ਲੈਫਟ ਔਰੀਕਲ 'ਚ। ਲੈਫਟ ਔਰੀਕਲ ਤੋਂ ਬਾਅਦ ਕਿੱਥੇ ਜਾਏਗਾ? ਲੈਫਟ ਵੈਂਟਰੀਕਲ 'ਚ। ਇਸ ਤੋਂ ਬਾਅਦ ਹਾਰਟ ਕੰਟਰੈਕਟ ਹੋਣ ਤੇ ਅਯੋਟਾ ਦੀ ਹੈਲਪ ਨਾਲ, ਅਯੋਟਾ ਕੀ ਹੈ? ਅਯੋਟਾ ਬਸ ਕੁਛ ਨਹੀਂ, ਇੱਕ ਕੁਐਸਚਨ ਪੇਪਰ ਪੁੱਛਿਆ ਜਾਂਦਾ ਹੈ, ਲਾਰਜੈਸਟ ਆਰਟਰੀ ਆਫ ਦਾ ਬੋਡੀ। ਸਭ ਤੋਂ ਬੜੀ ਆਰਟਰੀ ਕਿਹੜੀ ਹੈ ਬੋਡੀ ਦੀ? ਕੀ ਨਾਮ ਹੈ ਇਹਦਾ? ਅਯੋਟਾ। ਅਯੋਟਾ ਦਾ ਕੰਮ ਕੀ ਹੈ? ਪੂਰੇ ਸਰੀਰ ਨੂੰ ਇੱਦਾਂ ਅੱਗੇ ਜਾ ਕੇ ਫੈਲ ਜਾਏਗੀ, ਤਾਂ ਬ੍ਰਾਂਚਿਸ ਬਣ ਜਾਣਗੀਆਂ ਇਹਦੀਆਂ। ਇਹ ਪੂਰੇ ਸਰੀਰ ਨੂੰ ਸਾਫ਼ ਖੂਨ ਪਹੁੰਚਾਏਗੀ। ਕਿੱਥੋਂ ਦੀ? ਲੈਫਟ ਵੈਂਟਰੀਕਲ ਤੋਂ ਸਿੱਧਾ ਅਯੋਟਾ 'ਚ। ਆ ਦੇਖੋ ਐਰੋ ਬੰਦੇ ਜਾ ਰਹੇ, ਖੂਨ ਗਿਆ 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 ਗਿਆ। ਕਿਸੇ ਦੇ ਦਿਮਾਗ 'ਚ ਅਗਰ ਯਾਰ ਹੋਵੇ ਮਿਕਸ ਹੋ ਰਹੇਗੇ, ਨਹੀਂ ਕਿਤੇ ਮਿਕਸ ਨਹੀਂ ਹੋਣਗੇ, ਇਹ ਗੰਦੀ ਗੱਲਾਂ ਬਿਲਕੁਲ ਨਾ ਸੋਚਣਾ ਇਹ। ਇਸ ਤੋਂ ਬਾਅਦ ਤੁਹਾਡਾ ਖੂਨ ਸਾਰਾ ਕਿੱਥੇ ਪਹੁੰਚ ਜਾਏਗਾ? ਪੂਰੇ ਦੇ ਪੂਰੇ ਸਰੀਰ ਦੇ ਵਿੱਚ। ਤੇ ਇਹ ਜਿਹੜੀ ਸਰਕੂਲੇਸ਼ਨ ਹੈ ਇਹਨੂੰ ਕਹਿੰਦੇ ਡਬਲ ਸਰਕੂਲੇਸ਼ਨ। ਡਬਲ ਕਿਉਂ ਹੋਈ? ਕਿਉਂਕਿ ਦੇਖੋ ਇੱਕ ਵਾਰ ਪਹਿਲਾਂ ਆਇਆ, ਫਿਰ ਇੱਕ ਵਾਰ ਬਾਅਦ 'ਚੋਂ ਫੇਰ ਆਇਆ। ਦਿਸ ਇਜ਼ ਕਾਲਡ ਡਬਲ ਸਰਕੂਲੇਸ਼ਨ। ਹਿਊਮਨ ਬੀਇੰਗਸ 'ਚ ਆਪਣੇ ਡਬਲ ਸਰਕੂਲੇਸ਼ਨ ਹੁੰਦੀ ਹੈ ਬਲੱਡ ਦੀ। ਆਈ ਹੋਪ ਦ ਪੁਆਇੰਟ ਇਜ਼ ਕਲੀਅਰ ਨਾਓ। ਮੈਂ ਇੱਕ ਵਾਰ ਫੇਰ ਸਮਝਾ ਦਿੰਦਾ। ਮੈਂ ਗੰਦਾ ਖੂਨ ਆਇਆ ਰਾਈਟ ਔਰੀਕਲ 'ਚ, ਦਰਵਾਜ਼ੇ ਖੁੱਲੇ, ਰਾਈਟ ਵੈਂਟਰੀਕਲ ਚੜ ਗਿਆ ਉੱਪਰ, ਦੋਨੋਂ ਫੇਫੜਿਆਂ ਕੋਲ, ਫੇਫੜਿਆਂ 'ਚ ਹੋਇਆ ਸਾਫ਼, ਪਲਮਨਰੀ ਵੇਨ ਲੈ ਕੇ ਆਈ, ਕਿੱਥੇ ਸੁੱਟਿਆ? ਲੈਫਟ ਔਰੀਕਲ 'ਚ, ਦਰਵਾਜ਼ੇ ਖੁੱਲੇ, ਲੈਫਟ ਵੈਂਟਰੀਕਲ 'ਚ,
ਫਿਰ ਅਯੋਟਾ ਦੀ ਹੈਲਪ ਨਾਲ ਪੂਰੇ ਸਰੀਰ ਦੇ ਵਿੱਚ ਖੂਨ ਤੁਹਾਡਾ ਕੀ ਹੋ ਜਾਏਗਾ, ਫੈਲ ਜਾਏਗਾ। ਹੁਣ ਇਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਸਮਝਣ ਵਾਲੀ ਹੈ ਉਹ ਕਨਸੈਪਟ ਤੁਹਾਡਾ ਹੈਗਾ ਵੈ ਤੁਹਾਡਾ ਬੀਪੀ ਜਿਹੜਾ ਹੁੰਦਾ ਬਲੱਡ ਪ੍ਰੈਸ਼ਰ। ਸਮਝਦੇ ਹਾਂ, ਦੇਖੋ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਹੈ ਨਾ ਉਹਦਾ ਮਤਲਬ ਕੀ ਹੁੰਦਾ ਹੈ ਉਹਨੂੰ ਦੇਖੀਏ। ਸਭ ਤੋਂ ਪਹਿਲਾਂ ਤਾਂ ਆਪਾਂ ਬਲੱਡ ਪ੍ਰੈਸ਼ਰ ਨੂੰ ਆਪਾਂ ਬੇਸਿਕਲੀ ਲਿਖਦੇ ਹਾਂ ਸਿਸਟੋਲ ਰੇਸ਼ੀਓ ਡਾਇਸਟੋਲ। ਦੇਖੋ ਸਿਸਟੋਲ ਦਾ ਮਤਲਬ ਹੈ ਜਦੋਂ ਤੁਹਾਡਾ ਹਾਰਟ ਕੰਟਰੈਕਟ ਹੋਇਆ ਉਹਨੂੰ ਡਾਕਟਰ ਕੀ ਕਹਿੰਦੇ ਨੇ, ਸਿਸਟੋਲ। ਤੇ ਜਦੋਂ ਰਿਲੈਕਸ ਹੋਇਆ ਉਹਨੂੰ ਕੀ ਕਹਾਂਗੇ ਆਪਾਂ, ਡਾਇਸਟੋਲ। ਜਦੋਂ ਤੁਹਾਡਾ ਹਾਰਟ ਕੰਟਰੈਕਟ ਹੋਏਗਾ ਉਸ ਟਾਈਮ ਤੁਹਾਡੀ ਨਾੜਾਂ 'ਚ ਕਿੰਨਾ ਪ੍ਰੈਸ਼ਰ ਹੈ ਉਹਨੂੰ ਕੀ ਕਹਿੰਦੇ, ਸਿਸਟੋਲ। ਤੇ ਜਦੋਂ ਰਿਲੈਕਸ ਹੋਇਆ ਉਸ ਟਾਈਮ ਨਾੜਾਂ 'ਚ ਕਿੰਨਾ ਪ੍ਰੈਸ਼ਰ ਹੈ ਉਹਨੂੰ ਕੀ ਕਹਿੰਦੇ ਆ, ਡਾਇਸਟੋਲ। ਤੇ ਨੋਰਮਲ ਕਿੰਨਾ ਹੁੰਦਾ ਇਹ 120/80। ਤੁਹਾਡਾ ਨੋਰਮਲ ਬੀਪੀ ਕਿੰਨਾ ਹੁੰਦਾ ਹੈ 120/80। ਤੇ ਇਹਨੂੰ ਜਿਹੜੀ ਮਸ਼ੀਨ ਨਾਲ ਆਪਾਂ ਮੈਜਰ ਕਰਦੇ ਆ ਉਹਦਾ ਨਾਮ ਹੈਗਾ ਸਫਿਗਮੋਮੈਨੋਮੀਟਰ। ਇਹ ਉਹ ਡਿਵਾਈਸ ਹੈ ਜਿਹੜੀ ਕਿ ਆਪਾਂ ਨੂੰ ਬੀਪੀ ਮਾਪਣ ਦੇ ਵਿੱਚ ਹੈਲਪ ਕਰਦੀ ਹੈ। ਆਈ ਹੋਪ ਦਾ ਪੁਆਇੰਟ ਇਜ਼ ਕਲੀਅਰ। ਤੁਹਾਨੂੰ ਮੈਂ ਥੋੜ੍ਹੇ ਜਿਹੇ ਕੁਐਸਚਨ ਦਿਖਾਉਣਾ ਹੈ ਜਿਹੜੇ ਤੁਹਾਨੂੰ ਮੈਂ ਪੁੱਛੇ ਹੋਏ ਆ ਇੱਥੇ। ਤੁਹਾਡਾ ਪਹਿਲਾ ਕੁਐਸਚਨ ਹੀ ਹੈ ਕਿ ਫਾਈਂਡ ਦਾ ਕਰੈਕਟ ਸਟੇਟਮੈਂਟ, ਸਹੀ ਸਟੇਟਮੈਂਟ ਦੱਸੋ ਕਿਹੜੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਕੀ ਲਿਖਿਆ ਹੈ, ਰਾਈਟ ਔਰੀਕਲ ਤੁਹਾਡਾ ਸਾਫ਼ ਖੂਨ ਸੈਂਡ ਕਰਦੀ ਹੈ ਪੂਰੀ ਬੋਡੀ ਨੂੰ। ਬਿਟੋਤੀ ਵੈਸੇ ਡਾਇਗਰਾਮ 'ਚ ਦੇਖਣਾ, ਰਾਈਟ ਔਰੀਕਲ ਇੱਧਰ ਸੀ ਨਾ, ਉਹ ਤਾਂ ਨਹੀਂ ਸੈਂਡ ਕਰਦੀ। ਲੈਫਟ ਵੈਂਟਰੀਕਲ ਦੇ ਵਿੱਚ ਆਉਂਦਾ ਵੈ ਗੰਦਾ ਖੂਨ, ਨਹੀਂ। ਲੈਫਟ ਔਰੀਕਲ 'ਚ ਆਉਂਦਾ ਵੈ ਗੰਦਾ ਖੂਨ, ਨਹੀਂ। ਅਯੋਟਾ ਇਜ਼ ਦ ਲਾਰਜੈਸਟ ਆਰਟਰੀ ਆਫ ਦ ਬੋਡੀ, ਬਿਲਕੁਲ ਸਹੀ ਹੈ। ਫਿਰ ਉਸ ਤੋਂ ਬਾਅਦ ਸੈਕਿੰਡ ਕੁਐਸਚਨ ਹੀ ਸਫਿਗਮੋਮੈਨੋਮੀਟਰ ਕਾਹਦੇ ਕੰਮ ਆਉਂਦਾ ਵੈ, ਬੀਪੀ ਮਾਪਣ ਦੇ ਕੰਮ, ਬਿਲਕੁਲ ਸਹੀ ਹੈ। ਨੋਰਮਲ ਬੀਪੀ ਕਿੰਨਾ ਹੁੰਦਾ 120/80, ਆ ਵੀ ਸਹੀ ਹੈ। ਫਿਰ ਉਸ ਤੋਂ ਬਾਅਦ ਨੀਚੇ ਲਾਸਟ ਚੌਥਾ ਪੁਆਇੰਟ ਆ ਗਿਆ। ਦੇਖੋ ਤੁਹਾਨੂੰ ਮੈਂ ਇੱਕ ਚੀਜ਼ ਦੱਸਣੀ ਭੁੱਲ ਗਿਆ, ਆਹ ਸੈਂਟਰ 'ਚ ਮੈਂ ਇੱਥੇ ਇੱਕ ਲਾਈਨ ਡਰੋ ਕੀਤੀ ਜਦੋਂ ਮੈਂ ਹਾਰਟ ਬਣਾਇਆ ਸੀ ਨਾ, ਮੈਂ ਇਹਦਾ ਲਾਈਨ ਦਾ ਨਾਮ ਕੀ ਲਿਖਿਆ ਸੀ ਮੈਂ, ਸੈਪਟਮ। ਦੇਖੋ ਸੈਪਟਮ ਦਾ ਕੰਮ ਕੀ ਹੈ, ਤੁਹਾਡੇ ਦੋਨੋਂ ਹਾਰਟਸ ਨੂੰ ਰਾਈਟ ਸਾਈਡ ਤੇ ਲੈਫਟ ਸਾਈਡ ਨੂੰ ਅਲੱਗ-ਅਲੱਗ ਕਰਕੇ ਰੱਖਣ ਦਾ ਕੰਮ ਕੀਤਾ ਹੋਇਆ ਸੈਪਟਮ ਦਾ। ਕੁਐਸਚਨ ਨੰਬਰ 4 ਦੇਖੀਏਗਾ, ਇਨਫੀਰੀਅਰ ਵੈਨਾ ਕੈਵਾ ਤੇ ਸੁਪੀਰੀਅਰ ਵੈਨਾ ਕੈਵਾ ਵੇਨਸ ਹੈ, ਬਿਲਕੁਲ ਸਹੀ ਹੈ। ਸੈਪਟਮ ਡਿਵਾਈਡ ਕਰਦਾ ਹੈ, ਆ ਵੀ ਸਹੀ ਹੈ। ਬਾਈਕਸਪਿਡ ਵਾਲ ਤੁਹਾਡੀ ਕਿੱਥੇ ਹੁੰਦੀ ਹੈ, ਲੈਫਟ ਪਾਰਟ 'ਚ, ਬਿਲਕੁਲ ਸਹੀ ਹੈ। ਤੇ ਟ੍ਰਾਈਕਸਪਿਡ ਤੁਹਾਡੀ ਕਿੱਥੇ ਹੁੰਦੀ ਹੈ, ਦੇਖੋ ਟ੍ਰਾਈਕਸਪਿਡ ਤੁਹਾਡੀ ਰਾਈਟ 'ਚ ਆਏਗੀ। ਮੈਂ ਇੱਥੇ ਆਪਸ਼ਨ ਕੀ ਲਿਖਿਆ ਹੋਇਆ, ਲੈਫਟ। ਟ੍ਰਾਈਕਸਪਿਡ ਇਜ਼ ਇਨ ਦਾ ਰਾਈਟ ਪਾਰਟ ਤੇ ਬਾਈਕਸਪਿਡ ਕਿੱਥੇ ਹੁੰਦੀ, ਲੈਫਟ ਪਾਰਟ 'ਚ। ਚਲੋ ਚਲੀਏ ਅੱਗੇ। ਹੁਣ ਅਗਲੇ ਟੌਪਿਕ ਨੂੰ ਦੇਖੀਏ, ਇਹਦੇ ਵਿੱਚ ਹੀ ਹੈ ਤੁਹਾਡੇ ਅਜੇ ਹਾਰਟ ਦੇ ਵਿੱਚ ਸੁਣੋ। ਹੁਣ ਆਪਾਂ ਦੇਖਣ ਜਾ ਰਹੇ ਤੁਹਾਡਾ ਬਲੱਡ। ਦੇਖੋ ਬਲੱਡ ਤੁਹਾਡਾ ਦੋ ਚੀਜ਼ਾਂ ਨਾਲ ਬਣਿਆ ਹੁੰਦਾ ਹੈ। ਦ ਫਸਟ ਵਨ ਇਜ਼ ਪਲਾਜ਼ਮਾ ਐਂਡ ਦ ਸੈਕਿੰਡ ਵਨ ਇਜ਼ ਸੈਲਸ ਜਾਂ ਕੋਰਪਸਲਸ। ਦੇਖੋ ਪਲਾਜ਼ਮਾ ਹੁੰਦਾ ਹੈ ਜਿਹੜਾ ਤੁਹਾਡੇ ਬਲੱਡ ਨੂੰ ਫਲੋ ਕਰਵਾਉਂਦਾ ਹੈ, ਲਿਕਵਿਡ ਪਾਰਟ, ਠੀਕ ਹੈ। ਤੇ ਪੂਰਾ ਬਲੱਡ ਤੁਹਾਡਾ 55 ਤੋਂ 60% ਕਾਹਦਾ ਬਣਿਆ ਹੁੰਦਾ, ਪਲਾਜ਼ਮਾ ਦਾ। 45 ਤੋਂ 40% ਕਾਹਦਾ ਬਣਿਆ ਹੁੰਦਾ ਇਹ, ਸੈਲਸ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਡਾ ਆਉਂਦਾ ਅਗਲਾ ਪੁਆਇੰਟ, ਪੇਪਰ ਪੁੱਛਿਆ ਜਾਂਦਾ ਤੁਹਾਨੂੰ, ਪਲਾਜ਼ਮਾ ਦਾ ਸਭ ਤੋਂ ਬੜਾ ਕੰਪੋਨੈਂਟ ਕਿਹੜਾ ਹੈ। ਪਲਾਜ਼ਮਾ ਸਭ ਤੋਂ ਜ਼ਿਆਦਾ ਤੁਹਾਡਾ ਹੁੰਦਾ ਹੈ ਪਾਣੀ। ਫਿਰ ਉਸ ਤੋਂ ਬਾਅਦ ਸੈਲਸ ਬਾਰੇ ਦੇਖੋ, ਸੈੱਲ ਆਪਣੇ 3 ਤਰ੍ਹਾਂ ਦੇ ਹੈ ਜਿਹੜੇ ਆਪਾਂ ਮੇਨ ਪੜ੍ਹਨੇ ਆ ਤੁਹਾਡੇ ਪੇਪਰ ਲਈ। ਰੈੱਡ ਬਲੱਡ ਸੈਲਸ, ਵਾਈਟ ਬਲੱਡ ਸੈਲਸ ਤੇ ਤੀਜੇ ਦਾ ਨਾਮ ਹੈ ਪਲੇਟਲੈਟਸ। ਰੈੱਡ ਬਲੱਡ ਸੈਲਸ, ਵਾਈਟ ਬਲੱਡ ਸੈਲਸ ਤੇ ਪਲੇਟਲੈਟਸ। ਚਲੋ ਹੁਣ ਇਹਨੂੰ ਸਮਝਦੇ ਹਾਂ ਆਪਾਂ। ਦੇਖੋ ਜੀ, ਸਭ ਤੋਂ ਪਹਿਲਾਂ ਤੁਹਾਡਾ ਆਉਂਦੇ ਆ ਰੈੱਡ ਬਲੱਡ ਸੈਲਸ। ਜਿੰਨੇ ਕੁਐਸਚਨ ਕਰਵਾਉਂਗਾ ਇੰਨੇ ਕਰ ਜਾਣਾ ਪੇਪਰ 'ਚ, ਇਸ ਤੋਂ ਉੱਪਰ ਨਹੀਂ ਪੁੱਛਦਾ ਉਹ। ਰੈੱਡ ਬਲੱਡ ਸੈਲਸ ਦਾ ਦੂਸਰਾ ਨਾਮ ਕੀ ਹੈ, ਅਰੀਥਰੋਸਾਈਟਸ। ਇਹਨੂੰ ਕੀ ਕਹਿੰਦੇ ਆ, ਅਰੀਥਰੋਸਾਈਟਸ। ਰੈੱਡ ਕਿਉਂ ਹੁੰਦੇ ਆ, ਇਹਨਾਂ ਵਿੱਚ ਪ੍ਰੈਜ਼ੈਂਟ ਹੁੰਦਾ ਹੀਮੋਗਲੋਬਿਨ। ਕੀ ਹੁੰਦਾ ਜੀ, ਹੀਮੋਗਲੋਬਿਨ। ਹੀਮੋ ਦਾ ਮਤਲਬ ਕੀ ਹੁੰਦਾ ਹੈ, ਆਇਰਨ, ਤੇ ਗਲੋਬਿਨ ਕੀ ਹੁੰਦਾ ਹੈ, ਇਹ ਫੈਟ ਹੁੰਦਾ ਹੈ, ਕਾਰਬੋਹਾਈਡਰੇਟ ਹੁੰਦਾ ਹੈ, ਸ਼ੂਗਰ ਹੁੰਦੀ ਹੈ, ਕੀ ਹੁੰਦਾ ਹੈ, ਯਾਦ ਰੱਖਣਾ ਬੱਚਿਓ, ਇਟ ਇਜ਼ ਪ੍ਰੋਟੀਨ। ਤੁਹਾਡਾ ਗਲੋਬਿਨ ਕੀ ਚੀਜ਼ ਹੁੰਦਾ ਵੈ,
प्रोटीन दोनों च क्वेश्चन आंदा हीमो मतलब की है तो ग्लोबिन मतलब की है। आफ्टर दैट ਇਹਦਾ ਕੰਮ ਕੀ ਹੁੰਦਾ ਹੀਮੋਗਲੋबिन ਦਾ ਇਹ ਪੂਰੀ ਬੋਡੀ 'ਚ ਆਕਸੀਜਨ ਲੈ ਕੇ ਜਾਂਦਾ ਹੈ ਤੇ CO2 ਵਾਪਸ ਲੈ ਕੇ ਆਉਂਦਾ ਦੋਨੋਂ ਕੰਮ ਕਰਦਾ ਹੈ ਆਕਸੀਜਨ ਲੈ ਕੇ ਵੀ ਜਾਂਦਾ ਤੇ CO2 ਵਾਪਸ ਵੀ ਲੈ ਕੇ ਆਉਂਦਾ ਵਾ। ਤੁਹਾਡੀ ਬੋਡੀ ਸਭ ਤੋਂ ਜ਼ਿਆਦਾ ਸੈੱਲ ਕਿਹੜੇ ਹੈ ਰੈੱਡ ਬਲੱਡ ਸੈਲਸ ਸਭ ਤੋਂ ਜ਼ਿਆਦਾ ਸੈੱਲ ਕਿਹੜੇ ਹੈ ਰੈੱਡ ਬਲੱਡ ਸੈਲਸ। ਇਹਨਾਂ ਦੀ ਡੈਥ ਕਿੱਥੇ ਹੁੰਦੀ ਹੈ ਮਰਦੇ ਕਿੱਥੇ ਜਾ ਕੇ ਇਹ ਲੀਵਰ ਜਾਂ ਸਪਲੀਨ ਲੀਵਰ ਤੇ ਸਪਲੀਨ। ਅਗਰ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਗ੍ਰੇਵਯਾਰਡ ਆਫ RBC ਇਹਨਾਂ ਦੀ ਕਬਰ ਕਿੱਥੇ ਹੈ ਦਫਨਾਇਆ ਕਿੱਥੇ ਜਾਂਦਾ ਹੈ आंसर विल बी लीवर। उस तो बाद थोड़ा अगला क्वेश्चन इन्हों का लाइफ टाइम कितना होंगे 120 दिन किन्ने दिन जींदे तो RBC 120 दिन इन्हों का टाइम पीरियड होंगे वै टाइम टेन्योर होंगे। तो पेपर च क्वेश्चन होर पूछा उन्होंने एक सैकेंड देना बस आ हो गया। एक उन्होंने क्वेश्चन आ पूछा जे थोड़े RBC होंगे है RBC बनते कितने है देखो RBC थोड़े बनते हैं बोन मैरो बोन मैरो कुछ नहीं है हड्डियों के एक लिक्विड होंगे दैट इज कॉल्ड बोन मैरो उत्थे थोड़े बनते हैं। RBC तो तुहानू आही क्वेश्चन पूछणगे। एक क्वेश्चन होर RBC के पेपर च आया हुआ सच वो पूछते हैं नाम ही गंदे है तुसी बस याद कर लियो कोटा चाड़ लियो बस। वो पूछता है RBC दे कोल किहड़े किहड़े ऑर्गन नहीं होंदे माइटोकॉन्ड्रिया भी नहीं हुंदा एंडोप्लाज्मिक रेटिकुलम भी नहीं हुंदा ਅਤੇ ਨਿਊਕਲੀਅਸ भी नहीं हुंदा। ये सारी चीज़ां RBC कोल नहीं हुंदियां। चलो जी हुण चलिए आपां अगली गल ते अगले सैल तुहाडे जिहड़े आंदे हैं तुसीं वीडियो पोस्ट करके आराम नाल लिख सकदे हो उन्हां दे नाम। अगले जिहड़े तुहाडे सैल है उन्हां दा नाम हैगा WBC माने तो वाइट ब्लड सैल्स। इन्हां दा दूसरा नाम है ल्यूकोसाइट्स। तो टोटल ये 5 तरह के होंगे है न्यूट्रोफिल्स ये बॉडी सब तो ज़्यादा होंगे पेपर क्वेश्चन नहीं आता वै कि वाइट ब्लड सैल की केड़ी टाइप सब तो ज़्यादा होंगी है न्यूट्रोफिल्स। अगले का नाम की है बेसोफिल्स सिनोफिल्स लिम्फोसाइट्स फिर 5th नंबर पर आता है मोनोसाइट्स। ये थोड़े सारे दे सारे 5 तरह के थोड़े की है ये WBC है। तो WBC क्वेश्चन इनका भी पूछा गया सीगा इन्हां विचों सब तो छोटा कौन हुंदा है इन्हां पंजां चों सब तो छोटा किहड़ा हुंदा याद रखना सब तो छोटा इन्हां च हुंदा है थोड़ा लिम्फोसाइट इन्हां सब सारे तो छोटा हुंदा है। अगला क्वेश्चन जिहड़ा पूछा गया सी WBC दे विचों ही इहदा काम की हुंदा है देखो WBC का काम हुंदा है इन्फेक्शन नाल लड़ना इन्फेक्शन नाल लड़ना। ये जो थोड़ी बॉडी कोई बैक्टीरिया आया गंदा बैक्टीरिया आया उन्होंने खान बच जाता वै सिंपल WBC का काम की थोड़ा इन्फेक्शन नाल लड़ना। फिर उस बाद अगले जिहड़े सैल आते हैं अगले सैल का नाम है प्लेटलैट्स। देखो प्लेटलैट्स जिहड़े हुंदे हैं ना प्लेटलैट्स नूं आपां होर की कहने हैं थ्रोम्बोसाइट्स। तो इन्हां दा काम की हुंदा तुहाडा ब्लड क्लोटिंग सिंपल है ब्लड क्लोटिंग समझदे की हुंदा है। देखो ब्लड क्लोटिंग का मतलब होंदा है तुहाडे सट वजी है खून निकल रहा है बई खून रोकना भी तो है अगर खून ना रोकया भैया गंगा जमुना बह नहीं है। इस करके प्लेटलेट्स का काम की है ब्लड की क्लोटिंग नूं रोकना सिंपल। तो ये किहड़ा विटामिन हैल्प करता है प्लेटलेट्स नूं विटामिन के ठीक है। आ तुहाडे 3 सीगे सैल्स जिहड़े तुहानूं क्वेश्चन पूछे जाते हैं। तो अगला क्वेश्चन जो पेपर आता है तो आ पूछा जाता वै कि जेडे थोड़े ना ब्लड ग्रुप है ना अपने 4 ब्लड ग्रुप होंगे अपने AB ते O। पेपर पूछा जाता वै ब्लड ग्रुप्स की खोज किहने कीती सीगी हू डिस्कवर्ड ब्लड ग्रुप्स एंड द फाउंडर वॉज अ ग्रेट मैन कार्ल लैंडस्टेनर के नाम से मित्र का कार्ल लैंडस्टेनर। किहड़े किहड़े होंगे AB ते O। हुण याद करने वाली गल AB हुंदा है यूनीवर्सल रिसैप्टर किसी दा भी खून यह लै सकदा है। O हुंदा तुहाडा यूनीवर्सल डोनर एक किसी नूं भी खून दे सकदा है। हुण एक चीज़ ना थोड़ी तुहानूं याद करने वाली है पेपर दे पूछी जाती है वो आ पुछदा वै इन्हां 4 ब्लड ग्रुप चों किहदे कोल एंटीजन नहीं हुंदा। याद रखना O दे कोल एंटीजन नहीं हुंदा
ਤੁਹਾਨੂੰ ਮੈਂ ਦੱਸ ਸਕਦਾ ਵੀ ਮਤਲਬ ਕੀ ਹੈ ਇਹਦਾ, ਬਹੁਤ ਅੱਛੀ ਨਜ਼ਾਰੇਦਾਰ ਚੀਜ਼ ਹੈ, ਬਟ ਦਿੱਕਤ ਆ ਤੁਹਾਨੂੰ ਪੇਪਰ 'ਚ ਆਉਣੀ ਨਹੀਂ, ਇਸ ਕਰਕੇ ਮੈਂ ਇਹਦੇ ਉੱਪਰ ਇੰਨਾ ਪੰਗਾ ਲੈ ਨਹੀਂ ਰਿਹਾ। ਉਹਦੇ ਕੋਲ ਕੋਈ ਐਂਟੀਜਨ ਨਹੀਂ ਹੁੰਦਾ, ਤੇ ਏ ਬੀ ਕੋਲ ਵੀ ਪੁੱਛਿਆ ਜਾਂਦਾ ਵੈ, ਤੇ ਏ ਬੀ ਦੇ ਕੋਲ ਕੋਈ ਐਂਟੀਬੋਡੀ ਨਹੀਂ ਹੁੰਦੀ, ਏ ਬੀ ਦੇ ਕੋਲ ਕੋਈ ਐਂਟੀਬੋਡੀ ਨਹੀਂ ਹੁੰਦੀ, ਸਿਰਫ ਯਾਦ ਕਰ ਲੈਣਾ, ਹੈਲਪਫੁਲ ਰਹੇਗਾ ਪੇਪਰ ਦੇ ਵਿੱਚ। ਹੁਣ ਆਹ ਦੇਖੋ ਕੁਐਸਚਨ ਆਪਣਾ 3rd ਕੁਐਸਚਨ, ਆਰਬੀਸੀ ਦਾ ਮੇਨ ਕੰਮ ਹੈ ਟਰਾਂਸਪੋਰਟ ਆਕਸੀਜਨ ਐਂਡ ਟੇਕ ਬੈਕ CO2। ਆਪਾਂ ਗਲਤ ਸਟੇਟਮੈਂਟ ਦੇਖਣੀ ਹੈ, ਗਲਤ ਇਹਦੀ ਹੈਗੀ ਹੈ ਸੀ, ਕਿਉਂਕਿ ਕਾਰਲ ਲੈਂਡਸਟੇਨਰ ਨੇ ਆਰਬੀਸੀ ਦੀ ਖੋਜ ਨਹੀਂ ਕੀਤੀ, ਉਹਨੇ ਬਲੱਡ ਗਰੁੱਪ ਦੀ ਖੋਜ ਕੀਤੀ ਸੀਗੀ। ਫਿਰ ਅਗਲਾ ਆਉਂਦਾ 5ਵਾਂ ਕੁਐਸਚਨ, ਉਹ ਪੁੱਛਦੇ ਆ ਕਿਹੜੀ ਕਿਹੜੀ ਚੀਜ਼ਾਂ ਐਬਸੈਂਟ ਹੁੰਦੀਆਂ ਵਾ ਆਰਬੀਸੀ ਦੇ ਵਿੱਚ, ਤਿੰਨੋਂ ਹੀ ਹੁੰਦੀਆਂ, ਆਪਾਂ ਹੁਣੇ ਪੜ੍ਹ ਕੇ ਹਟੇ ਸੀਗੇ, ਆਲ ਆਫ ਦੀ ਅਬਵ। ਫਿਰ 6ਵਾਂ ਕੁਐਸਚਨ, ਸਭ ਤੋਂ ਜ਼ਿਆਦਾ ਕਿਹੜੇ ਹੁੰਦੇ ਆ WBC ਦੇ ਵਿੱਚ, ਹੁਣੇ ਪੜ੍ਹਿਆ ਸੀ ਆਪਾਂ, ਤੁਹਾਡੇ ਹੁੰਦੇ ਆ ਨਿਊਟ੍ਰੋਫਿਲਸ, 62% ਹੁੰਦੇ ਨੇ ਪ੍ਰੈਜ਼ੈਂਟ ਕਿਹਦੇ ਵਿੱਚ, WBC ਦੇ ਵਿੱਚ। ਫਿਰ 7th ਗਲਤ ਸਟੇਟਮੈਂਟ ਦੇਖਣੀ ਹੈ, ਹੁਣ ਪੁੱਛਿਆ ਪਲੇਟਲੈਟਸ ਨੂੰ ਆਪਾਂ ਥ੍ਰੋਮਬੋਸਾਈਟ ਕਹਿੰਦੇ, ਬਿਲਕੁਲ ਸਹੀ ਹੈ। ਦ ਐਵਰੇਜ ਲਾਈਫ ਆਫ ਪਲੇਟਲੈਟਸ ਇਜ਼ 2 ਵੀਕ, ਵੈਰੀ ਵੈਰੀ ਇੰਪੋਰਟੈਂਟ, ਇਹ ਗੱਲ ਬੱਚੋ ਯਾਦ ਰੱਖਣਾ ਪੇਪਰ ਦੇ ਵਿੱਚ, ਤੁਹਾਨੂੰ ਇਸ 'ਤੇ ਵੀ ਕੁਐਸਚਨ ਆਇਆ ਹੋਇਆ ਹੈ, ਉਹ ਪੁੱਛੇਗਾ ਕਿ ਪਲੇਟਲੈਟਸ ਦੀ ਤੁਹਾਡੀ ਉਮਰ ਹੁੰਦੀ ਹੈ 2 ਵੀਕਸ, ਬਿਲਕੁਲ ਗਲਤ ਹੈ, ਇਹਨਾਂ ਦਾ ਟਾਈਮ ਪੀਰੀਅਡ ਹੁੰਦਾ 3 ਤੋਂ ਲੈ ਕੇ 5 ਦਿਨ, ਪਲੇਟਲੈਟਸ ਤੁਹਾਡੇ ਜਿੰਦੇ ਆ 3 ਤੋਂ ਲੈ ਕੇ 5 ਦਿਨ ਤੱਕ। ਇਸੇ ਦੇ ਨਾਲ ਤੁਹਾਡੀ ਦਿਲ ਦੀ ਗੱਲਾਂ ਵੀ ਖਤਮ ਹੋਈਆਂ, ਤੇ ਖੂਨ ਦੀਆਂ ਗੱਲਾਂ ਵੀ ਖਤਮ ਹੋਈਆਂ। ਅਗਲੇ ਲੈਕਚਰ 'ਚ ਮਿਲਦੇ ਆ ਪੇਟ ਦੀਆਂ ਗੱਲਾਂ ਨਾਲ, ਸਿੰਪਲ ਨਜ਼ਾਰੇਦਾਰ ਕਿ ਭਈਆ ਪੇਟ ਆਪਣਾ ਕਿਵੇਂ ਵਰਕ ਕਰਦਾ ਹੈ, ਤੇ ਕਿਵੇਂ ਕਿਵੇਂ ਖਾਣਾ ਆਪਣਾ ਪਚਦਾ ਵਾ।